ਅੱਜ ਦੋਸਤੋ ਅੰਮ੍ਰਿਤਸਰ ਦੇ ਵਿੱਚ ਬੜਾ ਸਰਗਰਮੀ ਵਾਲਾ ਦਿਨ ਰਿਹਾ। ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ ਚ ਮੌਜੂਦ ਸੀ ਜੀ। ਇੱਕ ਸਾਬਕਾ ਜਨਰਲ ਸਕੱਤਰ ਦੀ ਮਿਲਣੀ ਜੀ ਸਿੰਘ ਸਾਹਿਬ ਨਾਲ, ਉਹ ਵੀ ਸਵਾਲਾਂ ਦੇ ਘੇਰੇ ਚ ਆਈ। ਬਿਲਕੁਲ। ਲੋਕ ਕਹਿੰਦੇ ਕਿ ਜਦੋਂ 18 ਨੂੰ ਸੱਦੇ ਹੋਏ ਨੇ ਲੋਕ, ਹਾਂ, ਜਿਹੜੇ ਬੰਦੇ 18 ਤਰੀਕ ਨੂੰ ਤਲਬ ਕੀਤੇ ਨਾ ਜੀ, ਮਤਲਬ ਸਪਸ਼ਟੀਕਰਨ ਮੰਗਿਆ ਤੇ ਇਹਦਾ ਮਤਲਬ ਤਲਬ ਹੀ ਹੈ ਵੀ ਪੰਜ ਸਿੰਘ ਸਾਹਿਬਾਨ ਦੇ ਆ ਕੇ ਸਪਸ਼ਟੀਕਰਨ ਦਿਓ। ਮੈਂ ਕਿਹਾ ਸੱਦੇ ਹੋਏ ਨੇ ਜੀ। ਜਿਹੜਾ ਬੰਦਾ ਪੰਜ ਸਿੰਘ ਸਾਹਿਬਾਨ ਵੱਲੋਂ ਸੱਦਿਆ ਗਿਆ ਹੋਵੇ, ਉਹ ਉਸ ਤੋਂ ਪਹਿਲਾਂ ਇੱਕ ਸਿੰਘ ਸਾਹਿਬਾਨ ਨੂੰ ਆ ਕੇ ਮਿਲੇ। ਜੀ। ਪੰਚ ਪ੍ਰਧਾਨੀ ਹੈ ਨਾ, ਬਿਲਕੁਲ। ਸਿੰਘ ਸਾਹਿਬ ਨੂੰ ਆ ਕੇ ਮਿਲੇ ਔਰ ਉਹ ਮੀਟਿੰਗ ਦੇ ਵੇਰਵੇ ਗੁਪਤ ਰੱਖੇ ਜਾਣ। ਜੀ। ਇਹ ਹਰਫ ਸਿੰਘ ਸਾਹਿਬ ਤੇ ਵੀ ਆਉਂਦਾ ਹੈ ਕਿ ਅਦਾਲਤ ਦਾ ਜੱਜ ਜੀ ਫੈਸਲੇ ਤੋਂ ਪਹਿਲਾਂ ਜਿਨ੍ਹਾਂ ਨੂੰ ਤੁਸੀਂ ਕਟਹਿਰੇ 'ਚ ਖੜਾ ਕਰ ਕੀਤਾ ਹੈ, ਬਿਲਕੁਲ, ਉਹਨਾਂ ਨਾਲ ਮੁਲਾਕਾਤ ਕੀਤੀ। ਬਿਲਕੁਲ। ਇਹ ਹੈ ਕਿ ਨਹੀਂ ਸਵਾਲ? ਦੇਖੋ, ਇਹ ਤੇ ਫੈਸਲਾ, ਇਹ ਤੇ ਸਵਾਲ ਪਹਿਲਾਂ ਵੀ ਆ ਚੁੱਕਾ ਜੀ ਕਿ ਜਦੋਂ 2016 ਵਾਲੀ ਐਗਜ਼ੈਕਟਿਵ ਦਾ ਇੱਕ ਮੈਂਬਰ, ਉਹ ਵੀ ਤੇ ਇਸੇ ਸਿਸਟਮ ਦੇ ਵਿੱਚ 18 ਸਤੰਬਰ ਵਾਲੇ, ਬਿਲਕੁਲ, ਉਹ ਫਿਰ 24 ਅਗਸਤ 27 ਅਗਸਤ ਤੇ ਫਿਰ 27 ਅਗਸਤ ਤੇ 5 ਸਤੰਬਰ ਦੇ ਜਿਹੜੇ ਫੈਸਲੇ ਨੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਨੇ, ਉਹਦੇ ਵਿੱਚ ਮੌਜੂਦ ਹੈ। ਦੇਖੋ ਇਹ ਕਿੱਡੀ ਸਿਤਮ ਦੀ ਗੱਲ ਆ, ਹਾਂ, ਕਿ ਜਿਸ ਐਗਜ਼ੈਕਟਿਵ ਬਾਡੀ 'ਚ ਬੈਠੇ ਬੰਦੇ ਨੂੰ 18 ਲਈ ਸੱਦਿਆ ਗਿਆ, ਹਾਂ, ਉਹ ਫੈਸਲੇ ਲੈ ਰਿਹਾ, ਉਹ ਫੈਸਲੇ ਲੈ ਰਿਹਾ, ਉਹ ਅਧਿਕਾਰੀਆਂ ਨਾਲ ਮੀਟਿੰਗਸ ਕਰ ਰਿਹਾ। ਲੇਕਿਨ ਸਵਾਲ ਤੇ ਫਿਰ ਇਹ ਹੀ ਹੈ ਨਾ ਕਿ ਜਿਹੜੀ ਗੱਲ ਤੁਸੀਂ ਦੋ ਸਵਾਲ ਆਪ ਖੜੇ ਕੀਤੇ, ਆਪ ਹੀ ਜਵਾਬ ਦੇ ਦਿੱਤਾ। ਤੁਸੀਂ ਇਹਦਾ ਅੱਗੇ ਵਿਸਥਾਰ ਦਿਓ। ਨਹੀਂ, ਨੰਬਰ 1 ਜੀ, ਕਿ ਜਦੋਂ ਤੁਹਾਡੇ ਸਾਹਮਣੇ ਐਡਵੋਕੇਟ ਈਸ਼ਰ ਸਿੰਘ ਦੀ ਰਿਪੋਰਟ ਆ ਗਈ, ਬਿਲਕੁਲ ਆ ਗਈ, ਚਾਹੇ ਉਹ ਰਿਪੋਰਟ 10 ਪੇਜ ਦੀ ਰਿਪੋਰਟ ਸੀ, ਤੁਹਾਡਾ ਫਰਜ਼ ਬਣਦਾ ਸੀ ਕਿ ਤੁਸੀਂ 1000 ਪੇਜ ਬਾਕੀ ਵੀ ਪੜ੍ਹ ਲੈਂਦੇ। ਪੜ੍ਹ ਕੇ ਤੁਹਾਡੇ ਜਿਹੜੇ ਐਕਸਪਰਟ ਨੇ ਉਹ ਕਹਿੰਦੇ ਜੀ ਕਿ ਇਹ ਜ਼ਰੂਰੀ ਨਹੀਂ, ਆਹ 10 ਬੰਦੇ ਜਾਂ 16 ਬੰਦੇ ਦੋਸ਼ੀ ਆ, ਇਹਦੇ ਤੋਂ ਬਾਅਦ ਆ ਵੀ ਲਾਈਨ ਲੱਗੀ ਹੋਈ ਜੇ। ਮੁੱਢਲਾ ਅਸੂਲ ਆ ਕਿ ਡਿਸੀਜਨ ਲੈਣ ਲੱਗਿਆ, ਹਾਂ, ਸਮੁੱਚੀ ਰਿਪੋਰਟ ਪੜ੍ਹਨੀ ਹੁੰਦੀ, ਬਿਲਕੁਲ, ਸਮੁੱਚੇ ਉਪਲਬਧ ਐਵੀਡੈਂਸ ਦੇਖਣੇ ਹੁੰਦੇ। ਹਾਂ, ਤੁਸੀਂ ਦੇਖਦੇ। ਔਰ ਅੱਜ ਇਸ ਗੱਲ ਨੂੰ 27 ਅਗਸਤ ਤੋਂ ਸ਼ੁਰੂਆਤ ਕਰੋ ਤੇ ਅੱਜ ਕਿੰਨੇ ਦਿਨ ਹੋ ਗਏ? 14 ਦਿਨ, ਬੜੇ ਦਿਨ ਹੋ ਗਏ। ਅੱਜ 27 ਅਗਸਤ ਤੋਂ ਲੋਗੇ ਨਾ, ਅੱਜ 11 ਨੂੰ ਤੁਸੀਂ ਪਹਿਲਾ ਫੈਸਲਾ ਲਿਆ ਸੀ। ਬਿਲਕੁਲ। 14 ਦਿਨਾਂ 'ਚ ਤੁਸੀਂ ਇਹ ਨਹੀਂ ਦੇਖ ਸਕੇ ਕਿ ਵਾਕਿਆ ਹੀ ਆ 16 ਜਿਹੜੇ ਦੱਸੇ ਨੇ, ਇਹਨਾਂ ਤੋਂ ਇਲਾਵਾ ਹੋਰ ਕੌਣ ਜਿਹੜੇ ਸੀ ਜਿਹੜੇ ਜ਼ਿੰਮੇਵਾਰ ਬਣੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ। ਸਰ, ਦੋ ਸਵਾਲ ਨੇ, ਲਟਕਾਈਏ ਨਾ, ਟੂ ਦਾ ਪੁਆਇੰਟ ਰਹੀਏ। ਪਹਿਲਾਂ ਮੈਨੂੰ, ਕਿਉਂਕਿ ਤੁਸੀਂ ਪੰਥਕ ਮਸਲੇ ਕਵਰ ਕਰਦੇ ਰਹੇ, ਸਾਰੀ ਜ਼ਿੰਦਗੀ ਤੁਸੀਂ ਵਿੱਚ ਰਹੇ ਹੋ, ਮੈਨੂੰ ਇਹ ਦੱਸੋ ਕਿ ਕਦੇ ਇੰਜ ਹੁੰਦਾ ਕਿ ਤਖਤ ਤੇ ਬੁਲਾਏ ਲੋਕ ਉਸ ਤੋਂ ਪਹਿਲਾਂ ਹੀ ਆ ਕੇ ਤਖਤ ਤੇ ਚਲੇ ਜਾਣ, ਉਹਨਾਂ ਨੂੰ ਸੁਣ ਲਿਆ ਜਾਵੇ? ਨਹੀਂ। ਔਰ ਜੇਕਰ ਅੱਜ ਸਿੰਘ ਸਾਹਿਬ ਨੇ ਮੀਟਿੰਗ ਕੀਤੀ ਆ, ਤੁਸੀਂ ਉੱਥੇ ਸੀ? ਬਿਲਕੁਲ। ਔਰ ਉਹ ਜਨਰਲ ਸਕੱਤਰ, ਸਾਬਕਾ ਜਨਰਲ ਸਕੱਤਰ ਮਿਲੇ ਨੇ ਔਰ ਉਹ ਬੈਠੇ ਕਾਫੀ ਦੇਰ ਨੇ, ਬੈਠੇ ਨੇ ਉਹਨਾਂ ਕੋਲ। ਫਿਰ ਮੈਨੂੰ ਇਹ ਸਮਝਾਓ ਕਿ ਇਹ ਹਰਫ ਨਹੀਂ ਆਉਂਦਾ, ਤੁਸੀਂ ਇਹਦਾ ਜਵਾਬ ਦਿਓ ਮੈਨੂੰ ਕਿ ਇਹ ਠੀਕ ਹੈ, ਇਹ ਐਥੀਕਲੀ ਸਿਧਾਂਤਕ ਤੌਰ ਤੇ ਠੀਕ ਹੈ। ਦੇਖੋ, ਪਹਿਲੀ ਗੱਲ ਤੇ ਇਹ ਹੈ, ਮੈਂ ਤਾਂ ਤੁਹਾਨੂੰ ਪਹਿਲੀ ਗੱਲ ਕਹੀ ਸੀ, ਤੁਸੀਂ ਬਾਰ-ਬਾਰ ਜਿਹੜੇ ਲੋਕ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਪ੍ਰਬੰਧਕੀ ਅਦਾਰਾ ਆ, ਮੈਂ ਕਹਿੰਦਾ ਕਿ ਨਹੀਂ, ਪ੍ਰਬੰਧਕੀ ਨਹੀਂ, ਸਿਆਸੀ ਪ੍ਰਬੰਧਕੀ ਅਦਾਰਾ ਆ। ਇੱਥੇ ਜਿਹੜੇ ਲੋਕ ਆਉਂਦੇ ਨੇ, ਜਿਹੜੇ ਚੁਣ ਕੇ ਲੋਕ ਆਉਂਦੇ ਨੇ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸੁਧਾਰਨ ਦੇ ਵਿੱਚ ਜਿਹੜਾ ਇੰਟਰਸਟ ਆ ਉਹਨਾਂ ਦਾ, ਜਿਹੜਾ ਉਹਨਾਂ ਦੀ ਰੁਚੀ ਆ, ਜਿਹੜਾ ਉਹਨਾਂ ਦਾ ਧਿਆਨ ਆ, ਉਹ ਘੱਟ ਹੁੰਦਾ। ਜ਼ਿਆਦਾ ਉਹਨਾਂ ਦਾ ਇਹ ਹੁੰਦਾ ਕਿ ਇਹ ਪੌੜੀ ਪਹਿਲੀ ਹੈ ਸਿਆਸਤ ਦੀ, ਇਸ ਪੌੜੀ ਤੋਂ ਬਾਅਦ ਐਮਐਲਏ ਦੀ ਪੌੜੀ ਆ। ਸਰ, ਤੁਸੀਂ ਉਲਝ ਗਏ। ਮੇਰੀ ਗੱਲ ਦਾ ਜਵਾਬ, ਮੇਰੀ ਗੱਲ ਦਾ ਜਵਾਬ ਦਿਓ। ਮੈਂ ਉੱਥੇ ਲਿਆਉਣ ਲੱਗਾ, ਮੇਰੀ ਗੱਲ ਦਾ ਜਵਾਬ ਦਿਓ ਜੀ ਕਿ ਜਦੋਂ ਕੋਈ ਬੰਦਾ ਫੈਸਲੇ ਤੋਂ ਪਹਿਲਾਂ ਜੱਜ ਨੂੰ ਮਿਲਦਾ ਹੈ, ਉਹ ਜੱਜ ਨੂੰ ਇੰਪ੍ਰੈਸ ਕਰ ਸਕਦਾ ਕਿ ਉਸ ਦਿਨ ਸਾਡਾ ਧਿਆਨ ਰੱਖਿਓ? ਤੇ ਕੀ ਪਤਾ ਉਹ ਜੱਜ ਦਾ ਸੁਭਾਅ ਨਹੀਂ ਦੇਖਣ ਆਇਆ ਕਿ ਜੱਜ ਨੇ ਕਿਤੇ ਗਾਂ ਅਗਲੇ 5 ਸਾਲ ਤੱਕ ਨਹੀਂ ਰਾਹ ਰੋਕ ਦੇਣਾ? ਕੀ ਜੱਜ, ਹਾਂ, ਜੱਜ ਦਾ ਕੀ ਜੱਜ ਸਾਹਿਬ ਦਾ ਬੂਹਾ ਖੋਲ ਕੇ ਮਿਲਣਾ ਜਾਇਜ਼ ਆ? ਨੰਬਰ 2, ਦੇਖੋ, ਮਾਫੀ ਵੀ ਮੰਗੀ ਜਾ ਸਕਦੀ ਹੈ। ਜੱਜ ਦੇ ਕੋਲ ਇਹ ਅਧਿਕਾਰ ਨੇ ਕਿ ਉਹ ਹਰ ਇੱਕ ਨੂੰ ਸੁਣ ਸਕਦਾ, ਲੇਕਿਨ ਜਿਹੜਾ ਮੁਲਜ਼ਮ ਹੈ, ਜਿਹਨੂੰ ਮੁਲਜ਼ਮ ਤੁਸੀਂ ਕਹਿੰਦੇ ਪਏ ਹੋ, ਉਸ ਮੁਲਜ਼ਮ ਨੂੰ ਜੱਜ ਇਦਾਂ ਨਹੀਂ ਮਿਲਦੇ। ਉਹਨਾਂ ਦੇ ਜਿਹੜੇ ਵਿਚਕਾਰਲੇ ਵਕੀਲ ਹੁੰਦੇ ਨੇ, ਸਰ, ਉਹ ਤਾਂ ਮਿਲ ਸਕਦੇ। ਸਰ, ਜਦੋਂ ਕਿਸੇ ਨੂੰ ਤਰੀਕ ਮਿਲ ਜੇ, ਹਾਂ, ਤੇ ਉਹਨੂੰ ਤਰੀਕ ਤੋਂ ਪਹਿਲਾਂ ਸੁਣ ਲਿਆ ਜਾਵੇ। ਬਿਲਕੁਲ। ਤਰੀਕ ਦੀ ਅਹਿਮੀਅਤ ਕੀ ਰਹਿੰਦੀ ਹੈ? ਹਾਂ, ਇਹ ਹੋ ਸਕਦਾ ਕਿ ਜਿਹੜੇ
ਜਿਹੜੇ ਅੱਜ ਮਿਲੇ ਨੇ ਜਨਰਲ ਸਕੱਤਰ ਸਾਹਿਬ, ਆਖਿਰਕਾਰ ਪੇਸ਼ੇ ਵਜੋਂ ਤੋਂ ਵੀ ਵਕੀਲ ਨੇ ਨਾ। ਤੁਹਾਨੂੰ ਲੱਗਦਾ ਵੀ ਉਹ ਆਪਣੀ ਐਡਵੋਕੇਸੀ ਕਰ ਆਏ ਹੋਣਗੇ? ਹਾਂ, ਕਰ ਆਏ ਹੋਣਗੇ, ਹੋ ਸਕਦਾ ਜਾਂ ਮੌਸਮ ਦਾ ਹਾਲ ਦੇਖ ਆਏ ਹੋਣਗੇ ਵੀ ਆਉਣ ਵਾਲੇ ਦਿਨਾਂ 'ਚ ਵੀ ਕੀ ਹਾਲਾਤ ਕਿੱਧਰ ਨੂੰ ਜਾਣੇ ਨੇ। ਇੱਕ ਸੱਜਣ ਹਾਸੇ ਮਜ਼ਾਕ 'ਚ ਗੱਲ ਕਰਦੇ ਸੀ, ਕਹਿੰਦੇ ਜੀ ਸਿੰਘ ਸਾਹਿਬ ਫੈਸਲੇ ਤਾਂ ਚੰਗੇ ਲੈਂਦੇ ਆ, ਜੀ ਠੀਕ ਹੈ ਜੀ, ਵੱਖਰੀ ਗੱਲ ਆ ਦੁਨਿਆਵੀ ਜੀਵ ਆ ਸਾਰੇ, ਕਿਸੇ ਵੇਲੇ ਕਮੀਆਂ ਤਾਂ ਰਹਿ ਜਾਂਦੀਆਂ, ਲੇਕਿਨ ਕਹਿੰਦੇ ਜੇ ਇੰਜ ਹੋਵੇ ਜਾਂ ਜੇ ਇੰਜ ਚੱਲਦਾ ਹੋਵੇ, ਉਹਨਾਂ ਘੇਰਿਆਂ ਵਾਲਾ ਹੀ ਬੰਦਾ ਸੀ ਜੀ, ਕਿ ਕਿਤੇ ਇਹ ਨਾ ਹੋਵੇ ਕਿ 18 ਤਰੀਕ ਵਾਲੇ ਦਿਨ ਕਹਿਣ ਕਿ ਚਲੋ ਜੀ ਤੁਸੀਂ ਕੁਝ ਸਾਲ 2 ਸਾਲ ਜਾਂ ਅਗਲੀ ਇਲੈਕਸ਼ਨ ਨਾ ਹੀ ਲੜੋ। ਵੈਸੇ ਜਿਹੜਾ ਸਿੱਖ ਗੁਰਦੁਆਰਾ ਐਕਟ ਹੈ ਜੀ, ਉਹਦੇ ਵਿੱਚ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਲਈ ਜਿਹੜੀ ਸਜ਼ਾ ਆ ਹਾਂ ਉਹ ਇਹੋ ਹੀ ਆ ਜੀ, ਉਹਦੇ 'ਚ ਸਾਫ਼ ਲਿਖਿਆ ਕਿ ਅਗਰ ਕੋਈ ਚੁਣਿਆ ਹੋਇਆ ਨੁਮਾਇੰਦਾ ਗੁਰਦੁਆਰਾ ਪ੍ਰਬੰਧ ਦੇ ਵਿੱਚ ਸਰਾਂ ਦੇ ਵਿੱਚ ਆਪਣੀ ਰਿਹਾਇਸ਼ ਰੱਖਦਾ ਜਾਂ ਇਹਦੇ ਸਾਧਨਾਂ ਦੀ ਦੁਰਵਰਤੋਂ ਕਰਦਾ ਤੇ ਉਹਦੇ ਉੱਤੇ ਅੱਗੇ ਚੋਣ ਲੜਨ ਤੋਂ ਪਾਬੰਦੀ ਵੀ ਲਗਾਈ ਜਾ ਸਕਦੀ ਹੈ। ਇਹ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ ਵੀ ਅਧਿਕਾਰ ਹੈ ਕਿ ਉਹਦੇ ਅਧਿਕਾਰ ਰੋਕ ਦਿੱਤੇ ਜਾਣ। ਸਰ ਗੱਲ ਇਹ ਨਹੀਂ ਅਨੈਤਿਕ ਜਾਂ ਮਤਲਬ اخلاق ਦੀ ਨਹੀਂ ਜੀ, ਗੱਲ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਲੈਣ ਦੀ ਹੈ ਜੀ। ਬੇਸ਼ੱਕ ਜਿਹੜੇ ਚੀਫ ਖਾਲਸਾ ਦੀਵਾਨ ਦੇ ਚੱਡਾ ਸੀ ਉਹਨਾਂ ਦਾ ਇੱਕ ਅਲੱਗ ਮਸਲਾ ਸੀ, ਬਿਲਕੁਲ ਉਹ ਕਿਰਦਾਰ ਨਾਲ ਜੁੜਿਆ ਮਸਲਾ ਸੀ, ਜੀ, ਲੇਕਿਨ ਉਹਨਾਂ ਨੂੰ 2 ਸਾਲ ਕਿਸੇ ਵੀ ਅਹੁਦੇ ਤੇ ਰਹਿਣ ਤੋਂ ਜਾਂ ਲੈਣ ਤੋਂ ਮਨਾ ਕਰਤਾ ਸੀ। ਬਿਲਕੁਲ ਸਹੀ ਗੱਲ ਹੈ। ਮੇਰੇ ਖਿਆਲ ਕੁਝ ਸਮਾਂ ਉਹਨਾਂ ਨੂੰ ਬਾਸ਼ੇਕ ਵੀ ਦਿੱਤਾ ਗਿਆ ਸੀ, ਠੀਕ ਹੈ ਜੀ, 2 ਸਾਲ ਦੀ ਪਾਬੰਦੀ ਉਹਨਾਂ ਤੇ ਲਾਈ ਪਾਬੰਦੀ। ਔਰ ਜੇਕਰ ਕਿਤੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਕਮੀ ਰੱਖ ਗਏ ਛੇ ਤੇ ਸਿੰਘ ਸਾਹਿਬ ਉਹ ਹੋਣ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ, ਹਾਂ, ਤੇ ਅਕਾਲ ਤਖਤ ਸਮਰੱਥ ਨੇ, ਸਿੰਘ ਸਾਹਿਬ ਸਮਰੱਥ ਨੇ, ਔਰ ਉਹ ਸਿਆਸਤ ਦੇ ਉੱਤੇ ਸਿਆਸਤ ਤੋਂ ਉੱਪਰ ਜਾ ਕੇ ਵੀ ਫੈਸਲਾ ਕਰ ਸਕਦੇ ਆ। ਧਰਮ ਦਾ ਕੁੰਡਾ ਸਿਆਸਤ ਤੇ ਰਿਹਾ। ਜਦੋਂ ਪੰਜ ਸਿੰਘ ਸਾਹਿਬਾਨ ਇਹ ਫੈਸਲਾ ਲੈ ਚੁੱਕੇ ਨੇ ਜੀ ਕਿ ਐਡੀ ਵੱਡੀ ਕੁਤਾਹੀ ਹੋਈ ਆ, ਐਡੀ ਵੱਡੀ ਕੁਤਾਹੀ ਹੋਈ ਆ, ਔਰ ਅਸੀਂ ਬਾਰ-ਬਾਰ ਉਹਨਾਂ ਦੀ ਜਿਹੜੀ ਜਾਂਚ ਰਿਪੋਰਟ ਉੱਤੇ ਲਿਖਿਆ ਕਿ ਅਣਗਹਿਲੀ ਤੇ ਬੇਈਮਾਨੀ ਜੀ ਇਹ ਉਹਨਾਂ ਸਾਰੇ ਲੋਕਾਂ ਲਈ ਹੈ। ਲੇਕਿਨ ਜਿਹੜੀ ਸਭ ਤੋਂ ਵੱਡੀ ਕੁਤਾਹੀ ਆ ਜੀ ਉਹ ਉਸ ਐਗਜੈਕਟਿਵ ਦੀ ਆ 2016 ਵਾਲੀ ਦੀ, ਜਿਹੜੀ ਨੇ ਜਿਸ ਐਗਜੈਕਟਿਵ ਨੇ ਪਛਤਾਪ ਕਰਨਾ ਸੀ ਜੀ, ਔਰ ਉਸ ਸਾਰੇ ਜਿਹੜਾ ਪ੍ਰਕਰਨ ਸੀ ਉਹਨੂੰ ਤੱਥ ਲਿਆ ਕੇ ਸੰਸਾਰ ਦੇ ਲੋਕਾਂ ਦੇ ਸਾਹਮਣੇ ਰੱਖਣੇ ਸੀ। ਉਹ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਗਈ ਜੀ, ਔਰ ਇਹ ਵੀ ਕੋਈ ਮਾਮੂਲੀ ਕੁਤਾਹੀ ਨਹੀਂ ਹੈ। ਔਰ ਹੁਣ ਜਦੋਂ ਬਹੁਤ ਸਾਰੇ ਲੋਕਾਂ ਨੂੰ ਜਦੋਂ ਗੱਲ ਕੀਤੀ ਉਹ ਕਹਿੰਦੇ ਜੀ ਨਹੀਂ ਤੁਹਾਨੂੰ ਪਤਾ ਨਹੀਂ ਹੈ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬਹੁਤ ਤਾਕਤਾਂ ਹੁੰਦੀਆਂ ਨੇ, ਲੇਕਿਨ ਅੱਜ ਸਾਡੇ ਇੱਕ ਸਾਬਕਾ ਸੀਨੀਅਰ ਸਕੱਤਰ ਨੇ ਉਹ ਕਹਿੰਦੇ ਜੀ ਕਿ ਨਹੀਂ, ਇਹ ਬਿਲਕੁਲ ਗੱਲ ਝੂਠ ਹੈ। ਜਿਹੜੀ ਐਗਜੈਕਟਿਵ ਜਨਰਲ ਹਾਊਸ ਵੱਲੋਂ ਚੁਣੀ ਜਾਂਦੀ ਆ ਉਹ ਸਾਰੀ ਐਗਜੈਕਟਿਵ ਜਿਹੜੀ ਸਮਰੱਥ ਹੁੰਦੀ ਹੈ ਪ੍ਰਧਾਨ ਤੋਂ ਉੱਤੇ ਹੁੰਦੀ ਹੈ ਜੀ। ਉਹ ਕਹਿੰਦੇ 11 ਜੁਲਾਈ 1991 ਨੂੰ ਜਿਹੜੀ ਉਸ ਵੇਲੇ ਦੀ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਸੀ, ਉਸ ਐਗਜੈਕਟਿਵ ਨੇ ਇੱਕ ਮਤਾ ਪ੍ਰਧਾਨ ਦੇ ਸਾਹਮਣੇ ਪੇਸ਼ ਕੀਤਾ। ਪ੍ਰਧਾਨ ਕਹਿੰਦਾ ਇਹ ਹੋ ਨਹੀਂ ਸਕਦਾ। ਐਗਜੈਕਟਿਵ ਨੇ ਉਸ ਵੇਲੇ ਦੇ ਪ੍ਰਧਾਨ ਬਲਦੇਵ ਸਿੰਘ ਸਿਬੀਆ ਦੇ ਖਿਲਾਫ ਬੇਵਿਸ਼ਵਾਸੀ ਦਾ ਮਤਾ ਪਾਸ ਕਰ ਦਿੱਤਾ ਜੀ। ਉਹ ਕਹਿੰਦੇ ਜੇ ਇਸ ਮਸਲੇ ਦੇ ਵਿੱਚ ਵੀ ਜਿਹੜੇ ਅਗਨ ਭੇਟ ਹੋਣ ਵਾਲਾ ਮਾਮਲਾ, ਜੇ ਉਸ ਦਿਨ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਛਤਾਪ ਦਾ ਮਤਾ ਨਹੀਂ ਪੇਸ਼ ਕੀਤਾ, ਐਗਜੈਕਟਿਵ ਕਰ ਸਕਦੀ ਸੀ। ਜੇ ਕੋਈ ਐਗਜੈਕਟਿਵ ਨੂੰ ਰੋਕਦਾ ਕੋਈ ਵੀ ਇੱਕ ਮੈਂਬਰ ਮਤਾ ਲਿਆ ਸਕਦਾ ਸੀ। ਲੇਕਿਨ ਮੈਂ ਹੁਣ ਅੱਗੇ ਤੁਰਾਂ, ਹੁਣ ਇਸ ਵੇਲੇ ਜਦੋਂ 14 ਤਰੀਕ ਨੂੰ ਪੰਥਕ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਦੇ ਖਿਲਾਫ ਅੰਦੋਲਨ ਕਰਨ ਦੀ ਗੱਲ ਕਹਿ ਚੁੱਕੀਆਂ, ਸ਼੍ਰੋਮਣੀ ਕਮੇਟੀ ਦੇ ਅੰਦਰ ਪਹਿਲਾਂ ਹੀ ਬੜੀ ਅਸਮੰਜਸ ਦੀ ਸਥਿਤੀ ਸੀ। ਕੋਸ਼ਿਸ਼ ਹੋ ਰਹੀ ਸੀ ਕਿ ਕਿਸੇ ਤਰੀਕੇ ਨਾਲ 18 ਤਰੀਕ ਤੋਂ ਪਹਿਲਾਂ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਸ਼੍ਰੋਮਣੀ ਕਮੇਟੀ ਕਾਰਵਾਈ ਕਰਦੀ ਨਜ਼ਰ ਆਵੇ। ਬਿਲਕੁਲ ਕਾਰਵਾਈ ਕਰਕੇ ਜੀ ਉਹਨੂੰ ਬਕਾਇਦਾ ਲਾਗੂ ਹੋਈ ਕਰਕੇ ਦਿਖਾਵੇ। ਹੁਣ ਦੋਸਤੋ ਜਦੋਂ 14 ਤਰੀਕ ਇੱਕ ਫੈਸਲਾਕੁਨ ਤਰੀਕ ਹੈ, 14 ਤਰੀਕ ਇੱਕ ਔਖੀ ਪ੍ਰੀਖਿਆ ਹੈ। ਹਾਂ, ਉਸ ਵੇਲੇ ਤੱਕ ਸ਼੍ਰੋਮਣੀ ਕਮੇਟੀ ਸਭ ਤੋਂ ਵਿਚਲਾ ਰਾਹ ਅਖਤਿਆਰ ਕਰਨ ਦੇ ਰਾਹ ਪੈ ਸਕਦੀ ਹੈ ਕਿ ਜਿਹੜੇ ਲੋਕ ਅਣਗਹਿਲੀ ਦੇ ਜ਼ਿੰਮੇਵਾਰ ਆ, ਜਿਨ੍ਹਾਂ ਦੇ ਵਿੱਚ ਚੀਫ ਸਕੱਤਰ ਤੋਂ ਲੈ ਕੇ ਬਾਕੀ ਅਹੁਦੇਦਾਰ ਆ, ਜਿਨ੍ਹਾਂ ਨੂੰ ਫਾਰਗ ਨਹੀਂ ਕੀਤਾ ਗਿਆ, ਸਸਪੈਂਡ ਕੀਤਾ ਗਿਆ, ਉਹਨਾਂ ਨੂੰ ਚਾਰਜ ਸ਼ੀਟ ਦਿੱਤੀ ਜਾ ਸਕਦੀ, ਔਰ ਚਾਰਜ ਸ਼ੀਟ ਦੇ ਨਾਲ ਉਹਨਾਂ ਤੇ ਫੈਸਲਾ ਵੀ ਹੋ ਸਕਦਾ, ਕਿਉਂਕਿ ਇਹਨੂੰ ਮਿਸਾਲੀ ਫੈਸਲਾ ਬਣਾਉਣ ਲਈ ਤੁਰੰਤ ਪ੍ਰਭਾਵ ਨਾਲ ਅਮਲ ਚ ਲਿਆ ਸਕਦੇ ਆ। ਔਰ ਇਹਦੇ ਲਈ ਜਿਹੜੀ ਪਹਿਲੀ ਗੱਲ ਸੀ ਕਿ ਐਸੇ
ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਮੁਲਾਜ਼ਮਾਂ ਦੇ ਅਹੁਦੇ ਘਟਾਤੇ ਜਾਣ, ਇਹ ਮੁੱਢਲਾ ਖਿਆਲ ਲਗਾਤਾਰ ਚੱਲ ਰਿਹਾ ਸੀ। ਉਹਨਾਂ ਨੂੰ ਜੁਰਮਾਨੇ ਕਰਨ ਦਾ ਖਿਆਲ ਚੱਲ ਰਿਹਾ ਸੀਗਾ, ਜਿਹੜਾ ਸ਼੍ਰੋਮਣੀ ਕਮੇਟੀ ਦੇ ਘੇਰਿਆਂ ਚੋਂ ਨਿਕਲ ਕੇ ਬਾਹਰ ਆ ਰਿਹਾ ਸੀ। ਲੇਕਿਨ ਪਿਛਲੇ 2-3 ਦਿਨ ਤੋਂ ਨੈਗੋਸੀਏਸ਼ਨਸ ਵੀ ਚੱਲਦੀਆਂ ਸੀ, ਉਹਨਾਂ ਨਾਲ ਬਹਿ ਕੇ ਗੱਲ ਮੁਕਾਉਣ ਦੀ ਗੱਲ ਵੀ ਹੋ ਰਹੀ ਸੀ, ਅਜੇ ਵੀ ਚੱਲਦੀਆਂ ਪਈਆਂ ਨੇ। ਲੇਕਿਨ ਬਹੁਤ ਸਾਰੇ ਸਰਦਾਰ ਸਾਹਿਬ ਐਸੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਅੰਦਰੋਂ ਮੈਂਬਰਾਂ ਦੇ ਵਿੱਚੋਂ ਵਿਰੋਧੀਆਂ ਸੁਰਾਂ ਉੱਠੀਆਂ ਕਿ ਜਿਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਤਾ ਗਿਆ, ਉਹਨਾਂ ਨਾਲ ਮੀਟਿੰਗਸ ਕਾਦੀਆਂ, ਜਿਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ, ਜਿਨ੍ਹਾਂ ਅਣਗਹਿਲੀ ਕੀਤੀ, ਜਿਨ੍ਹਾਂ ਸਮੇਂ ਸਿਰ ਕਾਰਵਾਈ ਨਹੀਂ ਕੀਤੀ, ਉਹਨਾਂ ਨਾਲ ਤੁਸੀਂ ਬੈਠ ਕੇ ਕੀ ਸਾਬਤ ਕਰਨਾ ਚਾਹੁੰਦੇ? ਬਿਲਕੁਲ। ਸੋ ਇਹ ਇੱਕ ਜਿਹੜਾ ਵੱਡਾ ਸਵਾਲ ਸੀ, ਇਹਨੂੰ ਐਡਰੈਸ ਕਰਨ ਦਾ ਯਤਨ ਕੀਤਾ ਜਾ ਰਿਹਾ, ਔਰ ਸਿਆਸੀ ਔਰ ਸ਼੍ਰੋਮਣੀ ਕਮੇਟੀ ਦੇ ਘੇਰਿਆਂ 'ਚ ਦੋਵੇਂ ਥਾਈਂ ਇਹ ਕੋਸ਼ਿਸ਼ ਹੋ ਰਹੀ ਆ ਕਿ 14 ਤਰੀਕ ਤੋਂ ਪਹਿਲਾਂ ਕੋਈ ਮਿਸਾਲੀ ਫੈਸਲਾ ਲਿਆ ਜਾਵੇ ਔਰ ਗੇਂਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪਾਲੇ 'ਚ ਸੁੱਟਤੀ ਜਾਵੇ ਕਿ ਹੁਣ ਅਗਲਾ ਫੈਸਲਾ ਤੁਸੀਂ ਕਰੋ। ਪੰਥਕ ਜਥੇਬੰਦੀਆਂ ਦੇ ਮੂੰਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ ਹੋਣ ਔਰ ਗੁਰਮਤ ਦੀ ਰੋਸ਼ਨੀ ਦੇ ਵਿੱਚ ਇਹਨਾਂ ਸਾਰੇ ਮੁਲਾਜ਼ਮਾਂ ਦੇ ਉੱਤੇ ਜਥੇਦਾਰ ਅਕਾਲ ਤਖਤ ਫੈਸਲਾ ਲੈਣ। ਐਸੀ ਕੋਈ ਸੰਭਾਵਨਾ ਹੋ ਸਕਦੀ? ਦੱਸੋ। ਦੇਖੋ, ਅਜੇ ਤੱਕ ਤੇ ਸਾਨੂੰ ਕੋਈ ਸੰਭਾਵਨਾ ਨਹੀਂ ਲੱਗਦੀ, ਕਿਉਂਕਿ ਜੇ ਸੰਭਾਵਨਾ ਹੁੰਦੀ ਜੀ ਤੇ ਫਿਰ ਜਿਹੜੀਆਂ ਅਸੀਂ ਗੱਡੀਆਂ ਘੁੰਮਦੀਆਂ ਦੇਖਦੇ ਇਹ ਨਾ ਦਿਖਦੀਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨਿੱਠ ਕੇ ਬੈਠਦੇ ਆਪਣੀ ਕੁਰਸੀ ਤੇ ਜੀ, ਬਕਾਇਦਾ ਜਿਹੜਾ ਐਗਜ਼ੈਕਟਿਵ ਦਾ ਫੈਸਲਾ ਆ ਉਸੇ ਵਕਤ ਕਿਹਾ ਜਾਂਦਾ ਕਿ ਆਹ ਜਿਹੜੇ ਲੋਕ ਨੇ ਇਹਨਾਂ ਦੇ ਨਾਲ ਆ ਵੀ ਜੁੜੇ ਹੋਏ ਨੇ ਜੀ, ਚਲੋ ਡਿਮੋਸ਼ਨ ਫੈਸਲਾ ਆਰਡਰ, ਆਪੋ ਆਪਣੀਆਂ ਡਿਊਟੀਆਂ ਸੰਭਾਲੋ ਤੇ ਨਵਿਆਂ ਨੂੰ ਕਹੋ ਵੀ ਤੁਸੀਂ ਹੁਣ ਕੰਮ ਕਰੋ ਸ਼ੁਰੂ। ਬਿਲਕੁਲ ਇਹੀ ਤਰੀਕਾ ਸੀਗਾ। ਲੇਕਿਨ ਅਜੇ ਇਹ ਕੁਛ ਨਹੀਂ ਹੈ। ਅਜੇ ਤੇ ਅਸੀਂ ਇਹ ਵੀ ਦੇਖਣਾ ਆ ਕਿ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਹੁਣ 14 ਦੀ ਤਿਆਰੀ ਹੋ ਰਹੀ ਜਿਸ ਹਿਸਾਬ ਨਾਲ, ਕਿਉਂਕਿ ਪ੍ਰਸ਼ਾਸਨ ਆਪਣੀ ਜਗ੍ਹਾ ਤੇ ਪੱਬਾਂ ਭਾਰ ਹੈ, ਬਿਲਕੁਲ ਸ਼੍ਰੋਮਣੀ ਕਮੇਟੀ ਆਪਣੀ ਜਗ੍ਹਾ ਤੇ ਕੋਈ ਟਕਰਾਅ ਨਾ ਹੋਵੇ, ਵੀ ਕੋਈ ਟਕਰਾਅ ਨਾ ਹੋਵੇ। ਔਰ ਜਿਹੜੀਆਂ ਜਥੇਬੰਦੀਆਂ ਨੇ ਉਹ ਬਾਰ-ਬਾਰ ਦੋ ਸਵਾਲ ਕਰ ਰਹੀਆਂ ਨੇ। ਉਹ ਕਹਿ ਰਹੀਆਂ ਕਿ ਇੱਕ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਉਹ ਵੀ ਨੈਤਿਕ ਜ਼ਿੰਮੇਵਾਰੀ ਲਵੇ ਜੀ, ਔਰ ਉਹ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ, ਪਲੱਸ ਇੱਕ ਜਿਹੜੇ ਮੈਂਬਰ ਸਾਹਿਬ ਦਾ ਨਾਮ ਲੈ ਰਹੇ ਨੇ ਜੀ। ਲੇਕਿਨ ਜਦੋਂ ਤੁਸੀਂ ਇਸ ਸਾਰੇ ਇੱਕ ਸਾਹਮਣੇ ਨਿਸ਼ਾਨੇ ਤੇ ਹੋ, ਫਿਰ ਤੁਹਾਨੂੰ ਪਹਿਲਾਂ ਕੁਛ ਨਾ ਕੁਛ ਕਰਕੇ ਦਿਖਾਉਣਾ ਪਏਗਾ ਜੇ ਤੁਸੀਂ ਵਾਕਈ ਆਪਣੇ ਆਪ ਨੂੰ ਸਹੀ ਕਰਾਰ ਦੇਣਾ ਚਾਹੁੰਦੇ ਹੋ। ਲੇਕਿਨ ਸ਼੍ਰੋਮਣੀ ਕਮੇਟੀ ਦੇ ਅੰਦਰਲੇ ਮਾਮਲਿਆਂ ਨੂੰ ਜਾਣਨ ਵਾਲੇ ਇਹ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਕੋਲ ਇੱਕੋ ਹੀ ਰਾਹ ਬਚਦਾ ਹੈ ਕਿ ਉਹ ਇਹ ਕਾਰਵਾਈ ਜਿਹੜੀ ਉਹ 18 ਤੋਂ ਪਹਿਲਾਂ ਕਰਨ ਦੀ ਰੌਂਚ ਸੀਗੇ, ਭੱਜ ਨੱਠ ਇਹੀ ਹੋ ਰਹੀ ਸੀ ਕਿ ਉਹ EMPLOYE ਵੀ ਮਨਾ ਲਏ ਜਾਣ ਜਿਨ੍ਹਾਂ ਦੇ ਉੱਤੇ ਹਰਫ ਆਇਆ ਹੈ, ਉਹ ਵੀ ਚੁੱਪ ਕਰਕੇ ਸੀਸ ਝੁਕਾ ਕੇ ਫੈਸਲੇ ਮੰਨਣ। ਲੇਕਿਨ ਕੁਝ ਜਿਹੜੇ ਹਾਰਡਕੋਰ ਲੋਕ ਆ ਜਿਹੜੇ ਸਖਤ ਫੈਸਲੇ ਲੈਣ ਲਈ ਦਬਾਅ ਪਾ ਰਹੇ ਆ, ਉਹ ਕਹਿੰਦੇ ਜੀ ਜਿਨ੍ਹਾਂ ਤੇ ਲਾਪਰਵਾਹੀ ਦੇ ਦੋਸ਼ ਆ ਉਹਨਾਂ ਨਾਲ ਸਮਝੌਤੇ ਕਾਦੇ। ਇੱਕ ਗੱਲ ਅੰਦਰੋਂ ਨਿਕਲ ਕੇ ਆ ਰਹੀ ਹੈ ਕਿ 18 ਦੀ ਬਜਾਏ ਹੁਣ ਟਾਈਮ ਲਿਮਿਟ 14 ਮਿੱਥੀ ਜਾਵੇ। ਹੁਣ 2 ਦਿਨ ਦੇ ਵਿੱਚ ਜਿਹੜੀ ਕਾਰਵਾਈ ਭਾਵੇਂ ਐਤਵਾਰ ਲਾਉਣਾ ਪਏ, 13 ਸ਼ਾਮ ਤੱਕ ਇਹ ਫੈਸਲੇ ਹੁੰਦੇ ਨਜ਼ਰ ਆਉਣ। ਇਹ ਅੰਦਰੋਂ ਆਵਾਜ਼ ਉੱਠ ਰਹੀ ਆ। ਕਈ ਮੈਂਬਰ ਸਾਹਿਬਾਨ ਨਾਲ ਸਾਡੀ ਆਫ ਦਾ ਰਿਕਾਰਡ ਗੱਲ ਹੋਈ ਆ ਕਿ ਇੱਕੋ ਤਰੀਕਾ 14 ਦੀਆਂ ਪੰਥਕ ਜਥੇਬੰਦੀਆਂ ਦੇ ਇਕੱਠ ਸ਼੍ਰੋਮਣੀ ਕਮੇਟੀ ਵੱਲ ਮੂੰਹ ਕਰਨ ਦੀ ਬਜਾਏ ਉਹਨਾਂ ਦੇ ਮੂੰਹ ਮੋੜੇ। ਕੱਲ ਦੀ ਜਿਹੜੀ ਸ਼ਾਮ ਹੈ 12 ਤਰੀਕ ਦੀ ਜੀ, ਕਿਉਂਕਿ 13 ਨੂੰ ਤੇ ਲਾਕਡਾਊਨ ਹੈ ਥਲੇ ਪੰਜਾਬ 'ਚ ਲਾਗੂ ਆ ਜੀ, ਕੱਲ 12 ਦੀ ਜਿਹੜੀ ਸ਼ਾਮ ਹੈ ਉਹ ਵੇਖੀ ਜਾਏਗੀ ਕਿ ਵਾਕਈ ਕੋਈ ਸ਼੍ਰੋਮਣੀ ਕਮੇਟੀ ਵੱਲੋਂ ਸੁਹਿਰਦ ਫੈਸਲਾ ਆਉਂਦਾ ਜੀ, ਕੋਈ ਉਹਨਾਂ ਦੀ ਜਿਹੜਾ ਲੋਕਾਂ ਦੇ ਨਾਲ ਜਿਹੜਾ ਉਹਨਾਂ ਦਾ ਆਮ ਲੋਕਾਂ ਦੇ ਨਾਲ ਇੱਕ ਵਾਅਦਾ ਆ ਕਿ ਅਸੀਂ ਫੈਸਲਾ ਲਵਾਂਗੇ ਜੀ, ਅਸੀਂ ਕਾਰਵਾਈ ਕਰਾਂਗੇ, ਤੇ ਕਾਰਵਾਈ ਹੋਣੀ ਬਣਦੀ ਹੈ। ਲੇਕਿਨ ਨਹੀਂ ਹੁੰਦੀ, ਲੇਕਿਨ ਤੇ ਫਿਰ 14 ਦੀ ਜਿਹੜੀ 14 ਦਾ ਜਿਹੜਾ ਦਿਨ ਚੜ੍ਹਦਾ ਆ ਜੀ, ਉਹਦਾ ਅਸਰ ਜਿਹੜਾ ਕੁਝ ਹੋਰ ਤਰ੍ਹਾਂ ਦਾ ਹੋਏਗਾ। ਲੇਕਿਨ ਸਰਦਾਰ ਸਾਹਿਬ ਇਹ ਸਪਸ਼ਟੀਕਰਨ ਵੀ ਬੜੇ ਜ਼ਰੂਰੀ ਹੈ ਕਿ ਜਿਹੜੀ ਜਾਂਚ ਹੋਈ, ਜਿਹੜੇ 10 ਸਫ਼ਿਆਂ ਦੀ ਰਿਪੋਰਟ ਹੈ, ਉਹਦੇ ਤੋਂ ਬਾਅਦ ਦੀ ਜਿਹੜੀ 1000 ਸਫ਼ੇ ਦੀ ਰਿਪੋਰਟ ਹੈ, ਦੇਖੋ ਉਹ ਰਿਪੋਰਟ ਜੀ ਉਹ ਤਾਂ ਉਹਦੇ ਵਿੱਚ ਕੀ ਆ। ਕੱਲ ਨੂੰ ਇਹ ਸਵਾਲ ਉੱਠਣਗੇ। ਮੈਨੂੰ ਲੱਗਦਾ ਹੈ ਕਿ ਜਦੋਂ ਕੋਈ ਫੈਸਲਾ ਹੋਣਾ ਹੈ ਉਸ ਤੋਂ ਪਹਿਲਾਂ ਉਸ 1000 ਸਫ਼ੇ ਦੀ ਰਿਪੋਰਟ ਨੂੰ ਵੀ ਲੋਕਾਂ ਦੇ ਸਮਰੀ ਰੂਪ ਚ ਪੇਸ਼ ਕਰ ਦੇਣਾ ਚਾਹੀਦਾ। ਲੇਕਿਨ ਉਸ 1000 ਪੇਜ ਦੀ ਰਿਪੋਰਟ ਨੂੰ ਕੌਣ ਪੜ੍ਹੇਗਾ? ਜਿਹੜੇ ਲੋਕ ਇਸ ਸਾਰੇ ਪ੍ਰਕਰਣ ਦੇ ਵਿੱਚ ਜੇ ਸਿੱਧੀ ਤਰ੍ਹਾਂ ਨਹੀਂ ਸੀ ਜੁੜੇ, ਜਿਹੜੇ ਕਮਿਸ਼ਨ ਦੇ ਸਾਹਮਣੇ ਪੇਸ਼ ਹੁੰਦੇ ਰਹੇ, ਆਪਣਾ ਪੱਖ ਰੱਖਦੇ ਰਹੇ, ਘੱਟੋ ਘੱਟ ਉਹਨਾਂ ਨੂੰ ਉਹ 1000 ਪੇਜ ਦੀ ਰਿਪੋਰਟ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ। ਸਰ ਮੇਰੀ ਬੇਨਤੀ ਸੁਣੋ, ਉਹਦਾ ਤੌਰ ਤਰੀਕਾ ਤਾਂ ਇੱਕੋ ਹੀ ਸੀ ਕਿ ਐਗਜ਼ੈਕਟਿਵ ਬਾਡੀ ਬੈਠਦੀ। ਐਗਜ਼ੈਕਟਿਵ ਬਾਡੀ
ਸਰਦਾਰ ਈਸ਼ਰ ਸਿੰਘ ਨੂੰ ਬੇਨਤੀ ਕਰਕੇ ਸੱਦਦੀ ਜੀ, ਠੀਕ ਹੈ ਜੀ। ਇਹਨਾਂ ਦੇ ਨਾਲ ਹੀ ਨੇ ਜੀ ਉਹ। ਮੇਰਾ ਮਤਲਬ ਉਹਨਾਂ ਦੀ ਟੀਮ, ਈਸ਼ਰ ਸਿੰਘ ਦੀ, ਐਡਵੋਕੇਟ ਈਸ਼ਰ ਸਿੰਘ ਦੀ ਟੀਮ ਸਾਹਮਣੇ ਬੈਠਦੀ ਜੀ, ਉਹ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਸੀ ਜੀ, ਉਹਨੂੰ ਜਿਵੇਂ ਟੈਗ ਲਾ ਕੇ ਰੱਖੇ ਹੁੰਦੇ ਆ, ਹਾਂ, ਉਹਨੂੰ ਬਰੀਫ ਕਰ ਦਿੰਦੀ। ਬਿਲਕੁਲ ਇਹੀ ਸਵਾਲ ਸੀ, ਬਿਲਕੁਲ ਸਹੀ ਔਰ ਗੱਲ। ਜਿਹੜਾ ਐਗਜ਼ੈਕਟਿਵ ਬਾਡੀ ਦੇ ਜਿਹੜੇ ਕਾਰਜਕਾਰਨੀ ਦੇ ਮੈਂਬਰਾਂ ਦਾ ਕੋਈ ਤੌਖਲਾ ਹੁੰਦਾ, ਬਿਲਕੁਲ ਉਹਨਾਂ ਦਾ ਕੋਈ ਸ਼ੱਕ ਸ਼ੁਬਾ ਹੁੰਦਾ, ਹਾਂ, ਮੌਕੇ ਤੇ ਦੂਰ ਹੋ ਜਾਂਦਾ, ਉਹਦਾ ਜਵਾਬ ਦਿੰਦੇ। 4 ਤੋਂ 5 ਘੰਟੇ ਦੀ ਇੱਕ ਲੰਬੀ ਮੈਰਾਥਨ ਮੀਟਿੰਗ ਦੇ ਵਿੱਚ ਇਹ ਚੀਜ਼ਾਂ ਐਡਰੈਸ ਕੀਤੀਆਂ ਜਾ ਸਕਦੀਆਂ ਸੀ। ਕੀਤੀਆਂ ਜਾ ਔਰ ਸਕਦੀਆਂ। ਮੇਰਾ ਖਿਆਲ ਆ ਕਿ ਇਹ ਫੈਸਲੇ ਤੋਂ ਪਹਿਲਾਂ ਜ਼ਰੂਰੀ ਸੀਗਾ, ਤਾਂ ਕਿ ਕੱਲ ਨੂੰ ਕੋਈ ਤੁਹਾਡੇ ਤੇ ਹਰਫ ਆਉਂਦਾ, ਉਂਗਲ ਉੱਠਦੀ ਹੈ ਤੇ ਤੁਸੀਂ ਸੁਰਖਰੂ ਹੋ ਕੇ ਉਹ ਚੋਂ ਨਿਕਲ ਸਕਦੇ। ਲੇਕਿਨ ਸਰਦਾਰ ਸਾਹਿਬ, ਸਮਾਂ ਬੜਾ ਥੋੜਾ ਬਚਿਆ, ਇੰਨਾ ਕੁਝ ਹੋ ਜਾਊ ਜਾਂ ਕਰ ਲੈਣਗੇ। ਨਹੀਂ, ਜੇ ਤੇ ਕਰਨ ਦੀ ਨੀਅਤ ਹੋਵੇ ਤੇ ਸਭ ਕੁਝ ਹੋ ਸਕਦਾ ਜੀ। ਇਹ ਨਹੀਂ ਹੈ ਕਿ ਨਹੀਂ ਹੋ ਸਕਦਾ ਜੀ। ਇਹਨਾਂ ਦੇ ਅੰਦਰ ਟੈਲੈਂਟ ਦੀ ਵੀ ਘਾਟ ਨਹੀਂ ਹੈ, ਇਹ ਨਹੀਂ ਕਿ ਸੰਸੀਅਰ ਲੋਕ ਨਹੀਂ ਹੈ ਜੀ। ਸਿਰਫ ਇਹ ਹੈ ਕਿ ਜੇ ਹਰ ਜਗ੍ਹਾ ਹਰ ਜਿਹੜਾ ਨੁਕਤਾ ਹੈ ਉਹਨੂੰ ਤੱਕੜੀ ਸਿਆਸਤ ਦੀ ਤੱਕੜੀ 'ਚ ਪਾ ਕੇ ਤੋਲਿਆ ਗਿਆ ਤੇ ਫਿਰ ਸ਼ਾਇਦ ਕੁਝ ਵੀ ਸੰਭਵ ਨਾ ਹੋ ਸਕੇ। ਇਹ ਹੁਣ ਕਿਉਂਕਿ ਕੌਮੀ ਮਸਲਾ ਬਣ ਗਿਆ, ਇਹਦੇ ਤੇ ਲੋਕ ਚਾਹੁੰਦੇ ਆ ਕਿ ਆਰ ਪਾਰ ਕੁਝ ਵੀ ਜੋ ਹੋਵੇ, ਕਿਉਂਕਿ ਧਰਮ ਦਾ ਮਾਮਲਾ ਹੈ, ਆਸਥਾ ਦਾ ਮਾਮਲਾ ਹੈ, ਲੋਕਾਂ ਦੇ ਵਿਸ਼ਵਾਸ ਦਾ ਮਾਮਲਾ ਹੈ। ਵਿਸ਼ਵਾਸ ਟੁੱਟਣੇ ਨਹੀਂ ਚਾਹੀਦੇ, ਧੜਕਣੇ ਨਹੀਂ ਚਾਹੀਦੇ। 2-3 ਖਬਰਾਂ ਨੇ, ਸੰਖੇਪ ਮਾਤਰ ਅੱਧੇ ਮਿੰਟ ਚ ਲੈਣੀਆਂ ਨੇ ਕਿ ਧਰਮਸੋਤ ਸਾਹਿਬ ਨੂੰ ਕਿਹੜਾ ਐਸੀ ਕਸੂਮਤ ਲੱਗੀ ਆ, ਜਮਾ ਘਟਾਓ ਹੋਇਆ ਪਿਆ, ਸੂਤਰ ਨਹੀਂ ਉਹਦਾ ਕੱਲ ਫਿਰ ਉੱਥੇ ਆ ਗਈ ਹੈ ਕਿ ਚਾਹੇ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ, ਚਾਹੇ ਤੁਸੀਂ ਸਰਕਾਰ ਦੀ ਗੱਲ ਕੀਤੀ, ਜਦੋਂ ਇੱਧਰ ਵੀ ਗੱਲ ਕਰਦੇ ਨੇ ਤੇ ਲੋਕ ਸਵਾਲ ਕਰਦੇ ਨੇ ਕੀ ਹੋਇਆ, ਤੁਸੀਂ ਪੁਲਿਸ ਕੇਸ ਕਿਉਂ ਨਹੀਂ ਦਰਜ ਕਰਾਉਂਦੇ ਦੋਸ਼ੀਆਂ ਦੇ ਖਿਲਾਫ? ਅੱਗੇ ਨਹੀਂ ਕਰਾਏ, ਲੋਕ ਤਰਕ ਦਿੰਦੇ ਨੇ ਉਦਾਹਰਨ, ਅੱਗੇ ਨਹੀਂ ਕਰਾਏ। ਬਿਲਕੁਲ। ਹੁਣ ਕੀ ਗੱਲ, ਸੇਕ ਤੁਹਾਡੇ ਘਰ ਨੂੰ ਜਾਣ ਦੇ? ਉਹੋ ਹੀ ਸਵਾਲ ਜਿਹੜਾ ਇੱਥੇ ਲਾ ਕੇ ਦੇਖੋ। ਹਾਂ, ਬਿਲਕੁਲ, ਕਿ ਜੇ ਧਰਮਸੋਤ ਜੀ ਤੁਸੀਂ ਵਾਕਈ ਦੁੱਧ ਧੋਤੇ ਹੋ, ਤੁਹਾਡਾ ਕੋਈ ਲੈਣ ਦੇਣ ਨਹੀਂ ਹੈ, ਤੇ ਫਿਰ ਮਹਿਕਮੇ ਨੂੰ ਥੱਲੇ ਕੰਮ ਕਰਨ ਦਿਓ। ਤੁਸੀਂ 4 ਦਿਨ ਆਰਾਮ ਨਾਲ ਬੈਠੋ ਸਰਾਣੇ ਥੱਲੇ ਬਾਹ ਦੇ ਕੇ ਵੀ ਠੀਕ ਹੈ ਭਾਈ, ਦੇਖੋ ਕਰ ਲੋ, ਲੱਭੋ ਜੋਗ ਲੋਕ। ਦੇਖੋ, ਇਹਨਾਂ ਨੂੰ ਤਾਂ ਪਹਿਲੇ ਦਿਨ ਹੀ ਚਾਹੀਦਾ ਸੀ। ਹਾਂਜੀ, ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਕਿ ਲਓ ਜੀ ਕਪਤਾਨ ਸਾਹਿਬ, ਜਨਾਬ ਮੈਂ ਘਰ ਬੈਠਾ ਜੀ, ਵੀ ਯਾਰ ਚੱਲੇ ਜੇ, ਤੁਸੀਂ ਚੀਫ ਸੈਕਟਰੀ ਲਾਤਾ, 15 ਦਿਨ ਮੈਂ ਚੱਲਿਆ ਜੇ ਹਿਮਾਚਲ ਵੱਲ ਨੂੰ, ਕੋਈ ਗੈਸਟ ਹਾਊਸ ਦਾ ਕਮਰਾ ਮੈਨੂੰ ਦੇ ਦਿਓ ਤੇ ਮੈਂ ਲੈ ਕੇ ਉਹਨਾਂ ਨਜ਼ਾਰੇ, ਬਸ ਠੀਕ ਹੈ। ਤੁਸੀਂ ਇਧਰੋਂ ਇਨਸਾਫ ਕਰ ਦਿਓ ਤੇ ਤੁਸੀਂ ਫਾਈਲਾਂ ਫਰੋਲੋ ਤੇ ਮੈਨੂੰ ਸੁਰਖਰੂ ਕਰੋ। ਬਿਲਕੁਲ ਸਹੀ ਗੱਲ ਹੈ। ਲੇਕਿਨ ਇਹ ਇੱਕ ਵੱਡਾ ਸਵਾਲ ਹੈ ਕਿ ਬਦਲੀ ਕਰਤੀ ਡਾਇਰੈਕਟਰ ਨੇ। ਇੱਕ ਉਸ ਬੰਦੇ ਦੀ ਜਿਹਦਾ ਨਾਮ ਵੱਜਦਾ, 3 ਬੰਦੇ ਨੇ ਜਿਹੜੇ ਡਾਇਰੈਕਟਰ ਨੇ ਮਹਿਸੂਸ ਕੀਤੇ ਜਾਂ ਜਾਂਚ ਜਦੋਂ ਹੋਈ ਆ ਕਿ ਇਹ ਬੰਦੇ ਕਿਤੇ ਨਾ ਕਿਤੇ ਉਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਨਾਲ ਜਿਹੜਾ ਕੋਈ ਲੈਣ ਦੇਣ ਹੈ ਉਹਦੇ ਚ ਹੈ ਨਹੀਂ, ਜੁੜੇ ਨੇ। ਉਹਨਾਂ ਨੇ ਇੱਕ ਬੰਦੇ ਨੂੰ ਚੁੱਕ ਕੇ ਤੇ ਬਦਲਤਾ, ਵੀ ਇਹਦੀ ਟ੍ਰਾਂਸਫਰ ਕਰਤੀ। ਇਹਨਾਂ ਨੇ ਉਹਦੀ ਟ੍ਰਾਂਸਫਰ ਰੋਕ ਦਿੱਤੀ ਹੈ। ਹੁਣ ਸਵਾਲ ਤੇ ਹੈ ਕਿ ਜਾਂ ਡਾਇਰੈਕਟਰ ਗਲਤ ਹੈ ਤੇ ਜਾਂ ਫਿਰ ਨਹੀਂ, ਇਹ ਵੀ ਗੱਲ ਤੇ ਹੋ ਸਕਦੀ ਹੈ ਕਿ ਡਾਇਰੈਕਟਰ ਵੱਡਾ ਕਿ ਮੈਂ ਵੱਡਾ, ਈਗੋ ਦੀ ਲੜਾਈ ਵੀ ਤੇ ਹੁੰਦੀ ਹੈ। ਗੱਲ ਤੇ ਫਿਰ ਸਰਦਾਰ ਜੀ ਲੜਾਈ ਤੇ ਉਹੀ ਚੱਲਦੀ ਪਈ ਹੈ। ਪਰ ਲੋਕਾਂ ਦਾ ਇਹੀ ਕਹਿਣਾ ਨਾ, ਐਮਐਲਏ ਜਿਹੜਾ ਆ ਉਹ ਚੀਫ ਸੈਕਟਰੀ ਦੇ ਉੱਤੇ ਆ, ਐਮਐਲਏ ਚੀਫ ਸੈਕਟਰੀ ਦੇ ਉੱਪਰ ਹੈ। ਚੀਫ ਸੈਕਟਰੀ ਸੜਕ ਦੇ ਉੱਤੇ ਖੜ ਜਾਵੇ ਤੇ ਸਲੂਟ ਹੈ, ਤੇ ਜੇ ਐਮਐਲਏ ਬਹਿ ਜਾਵੇ ਤੇ ਫਿਰ ਡਾਂਗਾ ਨੇ। ਮੈਂ ਕਿਹਾ ਕਿ ਔਖਾ ਜਿਹਾ ਸਵਾਲ ਆ। ਹੁਣ ਫੈਸਲੇ ਮੁੱਖ ਮੰਤਰੀ ਨੇ ਕਰਨੇ ਸੀ ਜੀ, ਚੀਫ ਸੈਕਟਰੀ ਦੀ ਅਗਵਾਈ 'ਚ ਜਾਂਚ ਕਮੇਟੀ ਹੈ, ਬਿਲਕੁਲ। ਉਹ ਹੁਣ ਕਿੰਨੀ ਦੇਰ ਤੱਕ ਜਾਂਦੀ ਹੈ? ਲੇਕਿਨ ਇਹ ਆ ਕਿ ਧਰਮਸੋਤ ਸਾਹਿਬ ਨੂੰ ਜਵਾਬ ਦੇਣੇ ਔਖੇ ਹੋਈ ਜਾਂਦੇ ਆ। ਬਿਲਕੁਲ। ਲੇਕਿਨ ਕਿਸਾਨ ਜਿਹੜੇ ਨੇ ਉਹ ਜਵਾਬ ਲੈਣ ਲਈ ਕਾਲੇ ਆ। ਕਿਸਾਨ ਫੈਸਲਾ ਉਡੀਕਦੇ ਨੇ, ਕਿਸਾਨ ਫੈਸਲਾ। ਕਿਸਾਨ ਕਹਿੰਦੇ ਕਿ ਸਾਡੀ ਹਾਂ ਜਾਂ ਨਾ, ਬਿਲਕੁਲ, ਸਾਨੂੰ 2 ਲਫ਼ਜ਼ ਨਹੀਂ ਚਾਹੀਦੇ। ਜਿਹੜੇ ਕਿਸਾਨ ਹੁਣ ਲਗਾਤਾਰ ਘਰਾਂ ਚੋਂ ਨਿਕਲ ਪਏ ਨੇ ਕਿ ਸਾਨੂੰ ਜੇਲ੍ਹਾਂ 'ਚ ਡੱਕ ਦਿਓ, ਸਾਨੂੰ ਤੁਸੀਂ ਅਕਲ ਦੀ ਗੱਲ ਹੈ। ਇੱਕ ਸ਼ਰੇਆਮ ਕਹਿ ਰਿਹਾ ਸੀਗਾ ਵੀ ਤੂੰ ਗੋਲੀ ਮਾਰ, ਗੋਲੀ ਮਾਰ, ਆਫੀਸਰ ਨੂੰ ਕਹਿ ਰਿਹਾ ਕਿਸਾਨ। ਇਹਦਾ ਮਤਲਬ ਕਿ ਹੁਣ ਉਹ ਕਹਿੰਦੇ ਕਿ ਵੈਸੇ ਤੇ ਮਰੇ ਹੀ ਹੋਏ ਆ, ਹੁਣ ਸਾਰਾ ਕੁਝ ਤੇ ਮਰੇ ਪਏ ਆ, ਖੁਦਕੁਸ਼ੀ ਦੇ ਰਾਹ ਤੁਰੇ ਆ। ਨਹੀਂ, ਗੱਲ ਇਹ ਹੈ ਨਾ ਸਰਦਾਰ ਸਾਹਿਬ, ਜਿੱਥੇ ਜਿੱਥੇ ਵੀ ਕਾਰਪੋਰੇਟ ਸੈਕਟਰ ਦਾਖਲ ਹੋਇਆ, ਜਿਨ੍ਹਾਂ ਖੇਤਰਾਂ 'ਚ ਕਾਰਪੋਰੇਟ ਸੈਕਟਰ ਦਾਖਲ ਹੋਇਆ, ਜਿੱਥੇ ਜਿੱਥੇ ਵੀ ਜਿਹੜੇ ਸਰਮਾਏਦਾਰ ਆਏ ਨੇ, ਉੱਥੇ ਮਜ਼ਲੂਮ ਗਰੀਬ ਮਾਰਿਆ ਗਿਆ। ਬਿਲਕੁਲ ਠੀਕ ਹੈ ਜੀ। ਉੱਥੇ ਇਜਾਰੇਦਾਰੀ ਹੋ ਜਾਂਦੀ ਆ, ਤੇ ਜੇ ਖੇਤੀ 'ਚ ਕਾਰਪੋਰੇਟ ਘਰਾਣੇ ਵੜਦੇ ਆ ਤੇ ਫਿਰ ਹਮਾਤੜ ਦੀ ਕੋਈ ਵੱਟੀ ਦੀ ਨਹੀਂ ਜਾਣੀ। ਬਿਲਕੁਲ ਸਹੀ ਗੱਲ। ਠੀਕ ਹੈ ਜੀ।
ਚੋਰ ਦਰਵਾਜ਼ੇ ਆ ਉਹ ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਵਪਾਰ ਕਰਨ ਆਉਂਦੀ ਆ ਤੇ ਕਹਿੰਦੇ ਉਹਨਾਂ ਦੁੱਧ ਲੈਣ ਆਈ ਮਾਲਕਣ ਬਣ ਗਈ। ਬਿਲਕੁਲ ਤੇ ਇਹ ਹਾਲ ਜਿਹੜਾ ਕਿਸਾਨਾਂ ਨੂੰ ਡਰ ਆਉਂਦਾ, ਉਹ ਕਹਿੰਦੇ ਹੁੰਦੇ ਨਾ ਜੀ ਕਿ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰ। ਬਿਲਕੁਲ ਬਿਲਕੁਲ ਇਹ ਬੜੇ ਐਸੇ ਹੋਏ ਨੇ, ਲੇਕਿਨ ਜਿਹੜਾ ਕਿਸਾਨੀ ਅੰਦੋਲਨ ਹੈ ਭਖ ਗਿਆ, ਇਹ ਉਹਨਾਂ ਦੇ ਭਖਣ ਦਾ ਸਵਾਲ ਹੀ ਹੈ। ਸੋ ਪੰਜਾਬ ਦੇ ਵਿੱਚ ਵੀ ਭਖ ਰਿਹਾ, ਸੜਕਾਂ ਜਾਮ ਹੋ ਰਹੀਆਂ। ਸਰਕਾਰਾਂ ਨੂੰ ਚਾਹੀਦਾ ਕਿ ਇੱਥੇ ਕੁਝ ਚੀਜ਼ਾਂ ਸਪਸ਼ਟ ਕਰਨ, ਔਰ ਜਿਹੜੇ 191 ਮੈਂਬਰਾਂ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ, ਇੱਕ ਅਖਬਾਰ ਦੀ ਰਿਪੋਰਟ ਨਸ਼ਰ ਹੋਈ ਹੈ, ਉਹਦੇ ਵਿੱਚ 191 ਮੈਂਬਰ ਪਾਰਲੀਮੈਂਟ ਜਿਹੜੇ ਕਿਸਾਨੀ ਤੋਂ ਪਲ ਕੇ ਆਉਂਦੇ ਆ, ਜਿਨ੍ਹਾਂ ਦਾ ਧੰਦਾ ਖੇਤੀ ਨਾਲ ਜੁੜਿਆ, ਉਹਨਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਮੌਨਸੂਨ ਸੈਸ਼ਨ ਦੇ ਵਿੱਚ ਭਾਵੇਂ ਸਰਕਾਰ ਨੇ ਪਾਬੰਦੀਆਂ ਲਾਤੀਆਂ, ਜਿਹੜਾ ਪ੍ਰਸ਼ਨ ਸਵਾਲ ਨਹੀਂ ਪੁੱਛਣਾ, ਪ੍ਰਸ਼ਨ ਕਾਲ ਸੀਗਾ ਜਾਂ ਪ੍ਰਾਈਵੇਟ ਬਿੱਲ ਨਹੀਂ ਪੇਸ਼ ਕਰ ਸਕਦੇ ਤੁਸੀਂ। ਬਿਲਕੁਲ। ਸੋ ਉਹ 191 ਮੈਂਬਰ ਇੱਕ ਵੱਡੀ ਗਿਣਤੀ 'ਚ ਹੈ, ਔਰ 200 ਬੰਦੇ ਦਾ ਇਕੱਠੇ ਹੋ ਜਾਣਾ, ਭਾਵੇਂ ਉਹ ਕਿਸੇ ਵੀ ਪਾਰਟੀ ਦਾ, ਜੇ ਸਰਕਾਰਾਂ ਦੇ ਨੱਕ 'ਚ ਦਮ ਨਹੀਂ ਤੇ ਘੱਟੋ ਘੱਟ ਸਰਕਾਰਾਂ ਨੂੰ ਸਾਹ ਲੈਣਾ ਔਖਾ ਕਰ ਸਕਦੇ ਆ। ਉਦਾਹਰਨਾਂ ਬਹੁਤ ਨੇ। ਇੱਕ ਚਾਈਨਾ ਦੇ ਜਿੰਨੇ ਐਪ ਨੇ ਜੀ, ਉਹ ਸਾਰੇ ਅਸੀਂ ਇਸ ਕਰਕੇ ਬੰਦ ਕਰ ਦਿੱਤੇ ਕਿ ਸਾਡੀ ਜਿਹੜੀ ਕਮਾਈ ਹੈ ਇਸ ਮੁਲਕ ਦੀ ਉਧਰ ਜਾ ਰਹੀ ਹੈ। ਪਹਿਲਾਂ ਕਮਾਈ ਉਧਰ ਜਾ ਰਹੀ ਸੀ, ਉਸ ਵੇਲੇ ਕਿਸੇ ਸਰਕਾਰ ਨੂੰ ਕੋਈ ਫਿਕਰ ਨਹੀਂ ਸੀ ਜੀ। ਹੁਣ ਆਪਣੀ ਇਕਨੋਮੀ ਬਚਾਉਣ ਲਈ ਉਹਨਾਂ ਦੇ ਐਪ ਜਿਹੜੇ ਸਾਰੇ ਸੀਲ ਕਰਤੇ ਕਿ ਤੁਹਾਡਾ ਵਪਾਰ ਨਹੀਂ, ਤੁਹਾਡੇ ਕੋਲ ਅਸੀਂ ਖਿਡੌਣੇ ਵੀ ਨਹੀਂ ਲੈਣੇ। ਲੇਕਿਨ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਸਾਡੀ ਜਿਹੜੀ ਕਿਸਾਨੀ ਆ, ਇਹਦੇ ਖਿਡੌਣੇ ਭਾਵੇਂ ਜਿਹੜਾ ਮਰਜ਼ੀ ਵੇਚ ਜਵੇ। ਫਿਰ ਇਹ ਤਾਂ ਹੈ ਜੀ, ਕਿਸਾਨੀ ਨੂੰ ਠੀਕ ਹੈ ਫ੍ਰੀ ਮੰਡੀਕਰਨ ਮਿਲਣਾ ਚਾਹੀਦਾ, ਲੇਕਿਨ ਘੱਟੋ ਘੱਟ ਸਮਰਥਨ ਮੁੱਲ ਸਾਡੀ ਸਾਰ ਆ ਗਿਆ। ਦੂਜੇ ਬੰਨੇ ਸਾਡੀਆਂ ਫਸਲਾਂ ਦੇ ਮੁੱਲ ਨਿਰਧਾਰਿਤ ਕਰਨੇ ਇੱਕ ਸਿਕਿਉਰਿਟੀ ਰੂਪ 'ਚ ਹੈ। ਕਿਸਾਨੀ ਨੂੰ ਜ਼ਰੂਰ ਸੁਰੱਖਿਆ ਦੇਣੀ ਚਾਹੀਦੀ ਆ। ਵੱਡੇ ਦੇਸ਼ਾਂ ਦੇ ਵਿੱਚ ਜਿੰਨੀਆਂ ਵੀ ਸਬਸਿਡੀਜ਼ ਨੇ ਉਹਨਾਂ ਨੂੰ ਬੜਾ ਤਰਕਸੰਗਤ ਕੀਤਾ ਗਿਆ। ਅਮਰੀਕਾ ਵਰਗੇ ਦੇਸ਼ਾਂ 'ਚ ਜਿੱਥੇ ਹਜ਼ਾਰਾਂ ਏਕੜ ਦੇ ਫਾਰਮ ਆ, ਉੱਥੇ ਵੀ ਲੋਕ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਉਂਦੀਆਂ ਸਰਕਾਰਾਂ ਸਬਸਿਡੀ ਦੇ ਰੂਪ 'ਚ। ਲੇਕਿਨ ਪੰਜਾਬ ਔਰ ਦੇਸ਼ ਦਾ ਕਿਸਾਨ ਦਿਨੋਂ ਦਿਨ ਕੁੱਬਾ ਹੋਈ ਜਾਂਦਾ ਔਰ ਉਹਦਾ ਲੱਕ ਟੁੱਟਦਾ ਜਾਂਦਾ। ਇਹ ਸੰਘਰਸ਼ ਜੀਣ ਦੇ ਸੰਘਰਸ਼ ਆ, ਇਹਨਾਂ ਨੇ ਅੱਗੇ ਵਧਣਾ ਹੀ ਆ। ਸਰਕਾਰਾਂ ਨੂੰ ਜੇ ਇਹ ਵੋਟ ਨਹੀਂ ਨਜ਼ਰ ਆਉਂਦੀ ਤੇ ਸ਼ਾਇਦ ਉਹ ਬਹੁਤ ਗਲਤੀ ਕਰ ਰਹੀਆਂ ਨੇ। ਇਸ ਤੋਂ ਪਹਿਲਾਂ ਕਿ ਕੋਈ ਦੇਰ ਹੋਵੇ, ਇਸ ਤੋਂ ਪਹਿਲਾਂ ਕਿ ਕੋਈ ਵੱਡੇ ਨੁਕਸਾਨ ਹੋਣ। ਪਿਛਲੀ ਵਾਰੀ ਹਰਿਆਣੇ ਦੇ ਵਿੱਚ ਜਾਟ ਅੰਦੋਲਨ ਦੇ ਸਮੇਂ ਬਹੁਤ ਨੁਕਸਾਨ ਵੀ ਹੋ ਗਏ ਸੀ। ਸੋ ਇਹਨਾਂ ਨੂੰ ਕਾਨੂੰਨ ਦੇ ਦਾਇਰੇ 'ਚ ਵੀ ਰੱਖਣਾ ਬਣਦਾ ਹੈ। ਇਹਨਾਂ ਨੂੰ ਵੀ ਚਾਹੀਦਾ ਕਿ ਉਹ ਕਾਨੂੰਨ ਦੇ ਦਾਇਰਿਆਂ 'ਚ ਰਹਿਣ, ਲੇਕਿਨ ਅਗਲੇ ਦਿਨਾਂ ਦੇ ਵਿੱਚ ਇਹਦੇ ਭਖਣ ਦੀ ਉਮੀਦ ਆ। ਪਾਰਲੀਮੈਂਟ ਹਾਊਸ ਦੇ ਅੰਦਰ ਹੁੰਦੀਆਂ ਬਹਿਸਾਂ ਜਿਹੜੀਆਂ ਨੇ, ਉਹਦੇ ਨਾਲ ਸੜਕ ਤੋਂ ਵੀ ਤੁਹਾਨੂੰ ਇਸ ਤਰ੍ਹਾਂ ਦੀ ਡਿਬੇਟ ਸੁਣਨ ਨੂੰ ਮਿਲੇਗੀ। ਸਾਡੇ ਟੀਵੀ ਚੈਨਲ ਇਹਨਾਂ ਨੂੰ ਕਿੰਨੀ ਤਵੱਜੋ ਦਿੰਦੇ ਆ, ਕਿੰਨੀਆਂ ਸੀਰੀਅਸ ਬਹਿਸਾਂ ਰਚਾਉਂਦੇ ਆ, ਪਤਾ ਨਹੀਂ, ਲੇਕਿਨ ਅਸੀਂ ਇਹਨਾਂ ਮਸਲਿਆਂ ਤੇ ਤੁਹਾਡੇ ਨਾਲ ਜੁੜਦੇ ਰਵਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।